Once again, please put your hands together for Mr. Anil Kant, our brother in Christ, all the way from Bombay. And he's coming to tell you, ਹਾਲੇ ਇਹਨਾਂ ਨੂੰ ਅਸੀਂ ਸਲੌਟ ਨਹੀਂ ਦੇਣਾ, ਅਸੀਂ ਵੇਟ ਕਰਾਉਣੀ ਹੈਗੀ ਆ, ਪਰ ਮੈਂ ਚਾਹੁੰਦਾ ਹੈਗਾ ਕਿ ਤੁਹਾਨੂੰ ਆ ਕੇ ਦੱਸਣ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਇਹ ਲੈ ਕੇ ਆ ਰਿਹਾ ਹੈ। Over to you, brother. बोलो यीशु मसीह की। मैं चाहता हूँ एक बार जोरदार ताली प्रभु के लिए बजाएंगे, बहुत जोरदार ताली परमेश्वर के लिए। और डैनी भाई, आई नो दिस इज स्पेशल डे, और आज जो होने वाला है वो आज तक कभी नहीं हुआ यूके में। Amen. और आज जो हम देखने वाले हैं वो हमने कभी देखा नहीं है, और जो सुनने वाले हैं वो हमने कभी सुना नहीं है, और जो हम अनुभव करने वाले हैं वो हमने कभी। तो उसके लिए हमको ऐसी ताली बजानी पड़ेगी जो हमने आज तक कभी और हम एक बार जोर से जयकारा यीशु का बोलेंगे, बोलो यीशु मसीह की, यीशु महाराज की। Hallelujah. Over to you. Thank and, you so much. I'm waiting. Bas tusi please ready raho, because we've got the drama, we've got Brother Anil, and now would you please introduce Narinder? Narinder Charanji. Haji, can I please call Sister Narinder ji? Please come forward. I am supposed, it's an honor to introduce you. Praise God, my dear sister. You are such a wonderful helper and a beautiful wife to my brother, and a dear sister to all of us. Thank you very much. We love you. And and you know, I came to London the first day, that 2 days ago. मैंने सिस्टर के हाथ की रोटी खाई थी. Hallelujah. And you are such a loving, wonderful sister. God bless you. Thank you very much. Yeah. Over to you. God. God is so good, isn't he? You know, when God comes into your life, he never ever leaves you nor forsakes you. And he does a complete work of salvation, healing and deliverance. I wonder if you know that God today. Do you know him? Yes? Well, our next guest certainly knows him, and she's going to tell you her story. Please welcome Raj Sandhu. ਜੈ ਮਸੀਹ ਦੀ ਸਾਰਿਆਂ ਨੂੰ। ਹਾਲੇਲੂਇਆ, ਪ੍ਰੇਜ਼ ਗॉड। ਮੈਂ ਫਸਟ ਟਾਈਮ ਜਦੋਂ ਮੈਂ 2009 ਦੇ ਵਿੱਚ ਆਈ ਸੀ ਤਾਂ ਮੈਂ ਉਹ ਪਿੱਛੇ ਬੈਠ ਕੇ ਦੁਆ ਕਰਦੀ ਸੀ ਕਿ ਪਰਮੇਸ਼ਰ ਇੱਥੇ ਇੰਨਾ ਮਸਾ ਸੀਗਾ ਕਿ ਮੈਂ ਦੱਸ ਨਹੀਂ ਸਕਦੀ, ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਕਿ ਇਹ ਜਲਾਲ ਪਰਮੇਸ਼ਰ ਨੂੰ ਮਿਲੇ ਕਿ ਅੱਜ ਮੈਂ ਇੱਥੇ ਖੜੀ ਹਾਂ। ਮੈਂ ਪਰਮੇਸ਼ਰ ਦਾ ਬਹੁਤ ਬਹੁਤ ਸ਼ੁਕਰ ਧੰਨਵਾਦ ਕਰਦੀ ਹਾਂ। ਮੈਂ ਛੋਟੀ ਜਿਹੀ ਟੈਸਟਮਨੀ ਜਲਦੀ ਦੱਸ ਦੇਵਾਂਗੀ ਕਿਉਂਕਿ ਮੈਨੂੰ ਟਾਈਮ ਥੋੜ੍ਹਾ ਦਿੱਤਾ ਆ। ਮੈਂ ਟੈਸਟਮਨੀ ਤਾਂ ਐਡੀ ਆ ਕਿ ਸਾਰਾ ਦਿਨ ਹੀ ਬੀਤ ਜਾਊਗਾ। ਪਰਮੇਸ਼ਰ ਦਾ ਸ਼ੁਕਰ ਕਰਦੀ ਹਾਂ ਕਿ ਮੈਂ ਸਿੱਖ ਫੈਮਿਲੀ 'ਚੋਂ ਬਿਲੋਂਗ ਹਾਂ। ਮੈਂ 2006 ਦੇ ਵਿੱਚ ਇੱਥੇ ਆਈ ਸੀਗੀ ਮੈਰਿਜ ਦੇ ਬੇਸ 'ਤੇ, ਤਾਂ ਮੇਰੇ ਘਰਦਿਆਂ ਨੇ ਮੇਰੇ ਨਾਲ ਕਾਫੀ ਟਰਬਲਾਂ ਕੀਤੀਆਂ, ਮੈਨੂੰ ਘਰ 'ਚੋਂ ਕੱਢ ਦਿੱਤਾ ਸੀ। ਮੇਰੀ ਛੋਟੀ ਬੱਚੀ ਆ, ਤੁਸੀਂ ਸ਼ਾਇਦ ਕਈਆਂ ਨੇ ਪਹਿਲਾਂ ਵੀ ਸੁਣੀ ਆ ਟੈਸਟਮਨੀ। ਤਾਂ ਮੈਂ ਸ਼ੁਕਰ ਕਰਦੀ ਹਾਂ ਮੇਰੇ ਪਰਮੇਸ਼ਰ ਦਾ ਮੇਰੇ 'ਤੇ ਹੱਥ ਸੀਗਾ ਕਿ ਉਹਨਾਂ ਨੇ ਮੈਨੂੰ ਬਚਾਇਆ। ਆਂਟੀ ਇੱਥੇ ਬੈਠੇ ਆ, ਰੇਸ਼ਮ ਆਂਟੀ, ਜਿਨ੍ਹਾਂ ਦੇ ਨਾਲ ਪਰਮੇਸ਼ਰ ਨੇ ਗੱਲ ਕੀਤੀ ਕਿ ਇਸ ਬੱਚੀ ਨੂੰ ਆਪਣੇ ਘਰ ਲੈ ਕੇ ਆ। ਮੇਰੇ ਕੋਲ ਕੋਈ ਜਗ੍ਹਾ ਨਹੀਂ ਸੀਗੀ, ਨਾ ਹੀ ਵੀਜ਼ਾ ਸੀਗਾ, ਕਿਤੇ ਜਗ੍ਹਾ ਨਾ ਕੌਂਸਲ ਦਿੰਦੀ ਸੀ, ਨਾ ਕੋਈ ਪ੍ਰਾਈਵੇਟ ਰੈਂਟ ਦਿੰਦੇ ਸੀਗੇ ਮੈਨੂੰ, ਕਿਤੇ ਜਗ੍ਹਾ ਹੈ ਨਹੀਂ ਸੀ ਮੇਰੇ ਕੋਲ। ਤਾਂ ਪਰਮੇਸ਼ਰ ਨੇ ਉਹਨਾਂ ਨਾਲ ਗੱਲ ਕੀਤੀ, ਉਹ ਐਸਟਨ ਪੈਰਿਸ਼ ਚਰਚ ਜਾਂਦੇ ਆ ਐਸਟਨ 'ਚ, ਅਤੇ ਉਹਨਾਂ ਨੇ ਕਿਹਾ ਕਿ ਇਸ ਬੱਚੀ ਨੂੰ ਆਪਣੇ ਘਰ ਲੈ ਕੇ ਆ, ਇਹ ਮੇਰੀ ਬੱਚੀ ਚੁਣੀ ਹੋਈ ਬੱਚੀ ਆ। ਮੈਂ ਉਹਨਾਂ ਦੇ ਘਰੇ ਗਈ, ਉਹਨਾਂ ਨੇ ਦੇਖਿਆ ਕਿ ਉਹ ਕਿੱਦਾਂ ਦੁਆ ਕਰਦੇ ਆ, ਕਿੱਦਾਂ ਬਾਈਬਲ ਪੜ੍ਹਦੇ ਆ। ਤਾਂ ਮੈਂ ਦੇਖਦੀ ਸੀ ਅਤੇ ਉਹਨਾਂ ਨੇ ਕੋਲੋਂ ਸਿੱਖਦੀ ਸੀ। ਪਰਮੇਸ਼ਰ ਨੇ ਮੇਰੇ 'ਤੇ ਬਰਕਤ, ਮੈਨੂੰ ਵੀ ਬਲੈਸ ਕੀਤਾ ਕਿ ਪਰਮੇਸ਼ਰ ਨੇ ਮੇਰੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰ ਵੀਕ ਮੇਰੇ ਵਿੱਚ ਕੁਛ ਨਵਾਂ ਚਮਤਕਾਰ ਹੁੰਦਾ ਸੀ, ਨਵੀਂ ਟੈਸਟਮਨੀ ਮੇਰੀ ਹੁੰਦੀ ਸੀ। ਮੈਂ ਆਂਟੀ ਹੁਣਾਂ ਦੇ ਨਾਲ ਚਰਚ ਜਾਣਾ ਸ਼ੁਰੂ ਕੀਤਾ ਤਾਂ ਨਿੱਤ ਮੇਰੇ ਹਰ ਸੰਡੇ ਮੇਰੀ ਇੱਕ ਟੈਸਟਮਨੀ ਹੁੰਦੀ ਸੀਗੀ ਜਿਹੜੀ ਮੈਂ ਉੱਥੇ ਦੱਸਦੀ ਸੀ। ਕੁਛ ਵੀਕਾਂ ਦੇ ਵਿੱਚ ਪਰਮੇਸ਼ਰ ਨੇ ਮੈਨੂੰ ਪਾਕ ਰੂਹ ਦੇ ਨਾਲ ਭਰ ਦਿੱਤਾ। ਮੈਂ ਕਿਤੇ ਪੜ੍ਹ ਨਹੀਂ ਸੀ ਸਕਦੀ, ਮੇਰੀਆਂ ਅੱਖਾਂ ਬਹੁਤ ਦੁੱਖ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ, ਮੇਰੀਆਂ ਅੱਖਾਂ ਮੈਂ ਲਾ ਨਹੀਂ ਸੀ ਸਕਦੀ ਪੜ੍ਹਨ ਲਈ। ਔਰ ਮੈਂ ਰੀਅਲਾਈਜ਼ ਕੀਤਾ ਕਿ ਮੈਂ ਬਾਈਬਲ ਘੰਟੇ ਬੈਠ ਕੇ ਪੜ੍ਹਨਾ ਤਾਂ ਮੇਰੀ ਕਦੀ ਅੱਖਾਂ 'ਤੇ ਅਸਰ ਨਹੀਂ ਹੋਇਆ। ਤਾਂ ਮੈਂ ਰੀਅਲਾਈਜ਼ ਕੀਤਾ ਕਿ ਮੇਰੇ ਪ੍ਰਭੂ ਨੇ ਮੈਨੂੰ ਪਹਿਲੀ ਹੀਲਿੰਗ ਦਿੱਤੀ ਹੈ। ਪ੍ਰੇਜ਼ ਗॉड, ਮੈਂ ਉਹਦੇ ਨਾਮ ਨੂੰ ਜਲਾਲ ਦਿੰਦੀ ਹਾਂ। ਹਾਲੇਲੂਇਆ। ਮੇਰੇ ਕੋਲ ਵੀਜ਼ਾ ਨਹੀਂ ਸੀਗਾ, ਮੈਂ ਇੱਧਰ ਉੱਧਰ ਧੱਕੇ ਖਾਧੇ, ਰੋਈ, ਲੋਕਾਂ ਦੇ ਦਫ਼ਤਰਾਂ 'ਚ ਜਾ ਕੇ ਰਿਕੁਐਸਟਾਂ ਕੀਤੀਆਂ, ਕਿਸੇ ਨੇ ਸੁਣੀ ਨਹੀਂ। ਫਿਰ ਮੈਨੂੰ ਉਹਨਾਂ ਨੇ ਕਿਹਾ, ਕਿਸੇ ਨੇ ਕਿਹਾ ਕਿ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਬੇਸ 'ਤੇ ਤੁਸੀਂ ਆਪਣਾ ਕੇਸ ਲਾ ਸਕਦੇ ਹੋ। ਫਿਰ ਮੈਂ ਅਪਲਾਈ ਕਰ ਦਿੱਤਾ
2-3 ਮੈਂ ਆਂਟੀ ਦੇ ਘਰੇ ਰਹੀ ਹਾਂ। ਪਰਮੇਸ਼ਰ ਨੇ ਮੈਨੂੰ ਆਪਣੀ ਪਾਕ ਰੂਹ ਦੇ ਵਿੱਚ ਭਰ ਦਿੱਤਾ। ਮੈਂ ਹਮੇਸ਼ਾ ਇਹੀ ਦੁਆ ਕਰਦੀ ਸੀ, ਪ੍ਰਭੂ ਤੇਰੀ ਮਰਜ਼ੀ ਹੋਵੇ, ਮੇਰੀ ਨਹੀਂ। ਤਾਂ ਪ੍ਰਭੂ ਨੇ ਆਪਣੀ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਮੈਨੂੰ ਆਪਣੇ ਡਰੀਮ ਦੇ ਵਿੱਚ ਦਿਖਾਇਆ। ਪ੍ਰਭੂ ਨੇ ਮੇਰਾ ਹੱਥ ਫੜ ਕੇ ਆਪਣੇ ਸਿਰ 'ਤੇ ਉੱਤੇ ਰੱਖ ਕੇ ਸਹੁੰ ਖਵਾਈ, ਕਹਿੰਦੇ ਅੱਜ ਤੋਂ ਬਾਅਦ ਭੁੱਲੀ ਨਾ। ਮੈਨੂੰ ਨਹੀਂ ਸੀ ਪਤਾ ਵੀ ਇਹਦਾ ਕੀ ਮਤਲਬ ਆ। ਉਸੇ ਦਿਨ ਅਗਲੇ ਦਿਨ ਜਦੋਂ ਅਸੀਂ ਦੁਆ ਹੀ ਕਰ ਰਹੀਆਂ ਸੀ ਆਂਟੀ ਤਾਂ ਮੇਰੇ ਵਕੀਲ ਦਾ ਫੋਨ ਆਇਆ। ਉਹਨਾਂ ਕਿਹਾ ਕਿ ਤੁਹਾਡੀ, ਮੈਂ ਉੱਥੇ ਗਈ ਅਤੇ ਉਹਨਾਂ ਨੇ ਮੈਨੂੰ ਮੇਰਾ ਪਾਸਪੋਰਟ ਕੱਢ ਕੇ ਦਿਖਾਇਆ ਅਤੇ ਉੱਤੇ ਸਟੰਪ ਲੱਗੀ ਹੋਈ ਸੀਗੀ। ਤਾਂ ਮੈਂ ਤੁਸੀਂ ਯਕੀਨ ਨਹੀਂ ਕਰਨਾ ਉਹ ਦਿਨ ਮੇਰੇ ਲਈ ਕਿੱਦਾਂ ਦਾ ਸੀਗਾ। ਮੈਂ ਚੰਬੜ ਗਈ, ਉਹਦੇ ਨਾਲ ਰੋਣ ਲੱਗ ਗਈ ਔਰ ਆਪਣੀ ਪਰਮੇਸ਼ਰ ਦੀ ਵਡਿਆਈ ਕਰਨ ਲੱਗੀ ਔਰ ਮੇਰਾ ਸਾਹ ਨਾਲ ਸਾਹ ਨਹੀਂ ਸੀ ਮਿਲਦਾ। ਮੈਂ ਹੌਕਿਆਂ ਦੇ ਨਾਲ ਰੋਂਦੀ ਘਰੇ ਪਹੁੰਚੀ ਔਰ ਆਂਟੀ ਨੂੰ ਜਾ ਕੇ ਦੱਸਿਆ। ਆਂਟੀ ਮੇਰੀ ਸਾਰੀ ਸ਼ੇਮ ਮੇਰੇ ਪ੍ਰਭੂ ਨੇ ਦੂਰ ਕਰ ਦਿੱਤੀ। ਔਰ ਉਸ ਤੋਂ ਬਾਅਦ ਹਰ ਰੋਜ਼ ਮੇਰਾ ਨੱਚ ਕੇ ਪਰਮੇਸ਼ਰ ਨੂੰ ਮੈਂ ਪ੍ਰੇਜ਼ ਕਰਦੀ ਸੀ, ਗਾ ਕੇ ਪਰਮੇਸ਼ਰ ਨੂੰ ਮੈਂ ਪ੍ਰੇਜ਼ ਕਰਦੀ ਸੀ। ਪਰਮੇਸ਼ਰ ਦਾ ਸ਼ੁਕਰ ਕਰਦੀ ਹਾਂ ਕਿ ਉਸਨੇ ਮੈਨੂੰ ਇਹ ਗਿਫਟ ਵੀ ਦਿੱਤਾ ਆ ਗਾਉਣ ਦਾ ਔਰ ਮੈਂ ਲਿਖਣ ਦਾ ਗਿਫਟ ਵੀ ਦਿੱਤਾ, ਜੋ ਮੈਂ ਉਹਦੀ ਵਡਿਆਈ ਲਈ ਕਰਦੀ ਹਾਂ। ਪਰਮੇਸ਼ਰ ਦਾ ਸ਼ੁਕਰ ਕਰਦੀ ਕਿ ਮੈਂ 4 ਸਾਲਾਂ ਤੋਂ ਵੇਟ ਕਰਦੀ ਸੀ ਕਿ ਮੈਂ ਇੰਡੀਆ ਜਾਵਾਂ, ਪਰ ਮੇਰੇ ਲਈ ਡੋਰ ਨਹੀਂ ਸੀ ਖੁੱਲ੍ਹ ਰਹੀ। ਮੈਂ ਆਪਣੇ ਘਰਦਿਆਂ ਨੂੰ ਦੱਸਦੀ ਸੀਗੀ, ਉਹਨਾਂ ਨੂੰ ਫੋਨਾਂ 'ਤੇ ਦੱਸਦੀ ਸੀ, ਚਿੱਠੀਆਂ 'ਚ ਦੱਸਦੀ ਸੀ ਕਿ ਮੇਰੇ ਪਰਮੇਸ਼ਰ ਨੇ ਮੇਰੇ ਲਈ ਆਹ ਕੀਤਾ ਆ। ਤਾਂ ਮੈਂ ਜਦੋਂ ਹੁਣ ਇਸ ਸਾਲ ਮੇਰੇ ਪਰਮੇਸ਼ਰ ਨੇ ਮੈਨੂੰ ਇੰਡੀਆ ਜਾਣ ਦਾ ਮੌਕਾ ਦਿੱਤਾ ਔਰ ਮੇਰੇ ਲਈ ਡੋਰ ਖੋਲ੍ਹੀ, ਕਿਉਂਕਿ ਜਦੋਂ ਪਰਮੇਸ਼ਰ ਦਾ ਸਮਾਂ ਆਉਂਦਾ ਨਾ ਉਦੋਂ ਹੀ ਮਿਰੇਕਲ ਹੁੰਦਾ ਆ। ਪਰਮੇਸ਼ਰ ਮੈਨੂੰ ਲੈ ਕੇ ਗਿਆ ਇੰਡੀਆ ਔਰ ਮੇਰੇ ਪਰਿਵਾਰ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ। ਮੇਰੇ ਇੱਥੇ ਆਉਣ ਤੋਂ ਬਾਅਦ ਹੀ 2 ਮਹੀਨਿਆਂ ਦੇ ਬਾਅਦ ਹੀ ਮੇਰਾ ਬ੍ਰਦਰ, ਮੇਰੀ ਭਰਜਾਈ, ਮੇਰੀ ਮੰਮੀ ਬਪਟਿਸਟ ਹੋ ਗਏ। ਮੈਂ ਸਾਰੀ ਗਲੋਰੀ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਦਿੰਦੀ ਆ। ਉਹਨੇ ਮੇਰੀ ਜ਼ਿੰਦਗੀ 'ਚ ਬਹੁਤ ਚਮਤਕਾਰ ਕੀਤੇ ਆ। ਜੇ ਮੈਂ ਦੱਸਾਂ ਤਾਂ ਸਾਰਾ ਦਿਨ ਲੱਗ ਜਾਊਗਾ। ਬਸ ਮੈਂ ਇੰਨਾ ਹੀ ਕਹਿੰਦੀ ਹਾਂ ਕਿ ਇਸ ਸਮੇਂ ਵੀ ਜੋ ਮੈਂ ਇੱਥੇ ਖੜੀ ਹਾਂ ਇਹ ਵੀ ਮੇਰੇ ਪ੍ਰਭੂ ਦੀ ਹੀ ਮਹਿਮਾ ਆ। ਮੈਂ ਉਹਨੂੰ ਹੀ ਜਲਾਲ ਦਿੰਦੀ ਹਾਂ ਔਰ ਧੰਨਵਾਦ ਕਰਦੀ ਹਾਂ ਜੋ ਮੇਰੇ ਪਿੱਛੇ ਮੇਰੀ ਹੈਲਪ ਕਰ ਰਹੇ ਆ। ਤੈਨੂੰ ਵਡਿਆਵਾਂਗੀ ਮੈਂ, ਗੁਣ ਤੇਰੇ ਗਾਵਾਂਗੀ ਮੈਂ, ਯਿਸੂ ਤੂੰ ਹੈ ਮਹਿਮਾ ਜੋ। ਤੈਨੂੰ ਵਡਿਆਵਾਂਗੀ ਮੈਂ, ਗੁਣ ਤੇਰੇ ਗਾਵਾਂਗੀ ਮੈਂ, ਯਿਸੂ ਤੂੰ ਹੈ ਮਹਿਮਾ ਜੋ।
ਵਰਸ਼ਿਪ